2019 'ਚ ਹਸਬੈਂਡ ਐਕਸਪਾਇਰ ਹੋ ਗਏ। ਉਸ ਤੋਂ ਬਾਅਦ ਪਹਿਲੇ ਤੋਂ ਵੈਸੇ ਹੀ ਬੰਦਾ ਜਦੋਂ ਇੱਕ ਲਾਈਫ ਦਾ ਇੱਕ ਜੋ ਹਿੱਸਾ ਹੁੰਦਾ, ਜਦੋਂ ਉਹ ਚਲਾ ਜਾਂਦਾ ਤੁਹਾਨੂੰ ਪਤਾ ਕਿੰਨਾ ਜ਼ਿਆਦਾ ਲਾਈਫ ਡਿਸਟਰੈਕਟ ਹੋ ਜਾਂਦੀ ਹੈ। ਪੂਰੇ ਦਿਨ ਬੈਠ ਕੇ 200 ਰੁਪਏ ਲੈ ਕੇ ਆਈ ਅਤੇ ਮੈਂ ਡੈਡੀ ਨੂੰ 200 ਰੁਪਏ ਦਿੱਤਾ। ਡੈਡੀ ਨੇ ਮੈਨੂੰ ਬੋਲਿਆ ਇਹਨੂੰ ਮੈਂ ਕੀ ਕਰਾਂ, ਮਤਲਬ ਉਸ ਚੀਜ਼ ਅਹਿਸਾਸ ਹੋਇਆ ਨਹੀਂ ਸ਼ਾਇਦ ਮੈਂ ਬਹੁਤ ਪੈਸੇ ਕਮਾਏ, ਲੇਕਿਨ ਉਸ ਟਾਈਮ ਮੈਨੂੰ ਸ਼ਾਇਦ ਅਸਲੀ ਪੈਸੇ ਦੀ ਇੰਪੋਰਟੈਂਸ ਪਤਾ ਲੱਗੀ ਕਿ ਨਹੀਂ, ਪੂਰੇ ਦਿਨ ਬੈਠਣ ਤੋਂ ਬਾਅਦ ਮਤਲਬ ਮੰਨੋਗੇ ਸ਼ੌਪ 'ਤੇ ਜਾਣਾ ਨਾ, ਬਸ ਰੱਬ ਦਾ ਇਨਾਮ ਲੈਣਾ ਕਿ ਜੋ ਸਬਜ਼ੀਆਂ ਬਣਾਈਆਂ ਸਾਡੀ ਨਿਕਲ ਜਾਊਂਗੀ। ਮਤਲਬ ਉਹ ਟਾਈਮ ਵੀ ਮੈਂ ਆਪਣੀ ਲਾਈਫ 'ਚ ਦੇਖਿਆ ਹੈ। ਸ਼ੌਪ ਨੂੰ ਸਟੈਂਡ ਕਰਨਾ ਸੀਗਾ ਕਿ ਉਹਨਾਂ ਦਾ ਜਿਹੜਾ ਨਾਮ ਸੀਗਾ, ਮੈਂ ਚਾਹੁੰਦੀ ਸੀ ਜੋ ਨਾਮ ਹੈ ਨਾ ਉਹ ਉੱਦਾਂ ਹੀ ਰਹੇ ਕਿ ਉਹ ਡਾਊਨ ਨਾ ਹੋ। ਅਗਰ ਇੱਕ ਵਾਰੀ ਡਾਊਨ ਹੋ ਗਿਆ ਤਾਂ ਲੋਕਾਂ ਨੇ ਕਹਿਣਾ ਕਿ ਦੇਖਾ ਚਾਚੀ ਦਾ ਨਾਮ ਇਹਨੇ ਮਿੱਟੀ ਕਰਤਾ ਨੂੰਹ ਨੇ, ਕਿਉਂਕਿ ਇੱਕ ਨੂੰਹ ਆ ਮੈਂ, ਹੈ ਨਾ। ਕਿ ਤੁਹਾਡੇ ਹਸਬੈਂਡ ਬਿਮਾਰ ਰਹਿੰਦੇ ਸੀ ਜਾਂ ਕੀ ਕਾਰਨ ਹੋ ਗਿਆ ਉਹਨਾਂ ਦੀ ਜਿਹੜੀ ਡੈਥ ਹੋਈ ਹੈ? ਮੈਨੂੰ ਕਹਿੰਦੇ ਮੈਂ ਬਾਹਰ ਹੋ ਕੇ ਆਇਆ। ਮੈਂ ਕਿਹਾ ਚਲੋ ਫਰੈਂਡ ਸਰਕਲ ਨੂੰ ਮਿਲ ਗਏ ਹੋਣੇ ਅਤੇ 10 ਵਜ ਕੇ 11 ਵਜ ਗਏ ਔਰ ਉਸ ਦਿਨ ਉਹਨਾਂ ਕੋਲ ਫ਼ੋਨ ਨਹੀਂ ਸੀਗਾ, ਉਹਨਾਂ ਦਾ ਫ਼ੋਨ ਵੀ ਖ਼ਰਾਬ ਸੀਗਾ। ਰਾਤੀ 2 ਵਜੇ ਮੈਨੂੰ ਅੱਜ ਵੀ ਯਾਦ ਹੈ, ਮਤਲਬ ਉਹ ਚੀਜ਼ ਮੈਂ ਭੁੱਲ ਨਹੀਂ ਸਕਦੀ ਲਾਈਫ ਦੀ। ਮੈਂ ਸੁੱਤੀ ਹੋਈ ਸੀ, ਅਚਾਨਕ 2 ਵਜੇ ਮੇਰੀ ਜਾਗ ਖੁੱਲੀ ਔਰ ਮੈਂ ਇੱਥੇ ਲੇਟੀ ਹੋਈ ਸੀ, ਮੇਰਾ ਬੇਟਾ ਮੇਰੇ ਨਾਲ ਸੀ। ਮੈਂ ਫਟਾਫਟ ਥੱਲੇ ਦੌੜੀ ਗਈ, ਡੈਡੀ ਸੁੱਤੇ ਹੋਏ, ਆਈ ਇਹ ਬਾਹਰ ਵਿੰਡੋ ਖੋਲੀ, ਵਿੰਡੋ ਚਾਰੋਂ ਪਾਸੇ ਸਨਾਟਾ। ਮੈਨੂੰ ਇੱਦਾਂ ਅਹਿਸਾਸ ਹੋਇਆ ਕਿਸੇ ਨੇ ਮੈਨੂੰ ਆਵਾਜ਼ ਮਾਰੀ, ਸ਼ਵੇਤਾ। ਮੈਂ ਨਾ ਫਟਾਫਟ ਅੰਦਰ ਆ ਕੇ ਮੇਰਾ ਰੋਣ ਲੱਗੀ। ਉਹਨਾਂ ਨੂੰ ਦੱਸ ਦਿੱਤਾ ਬਟ ਮੈਨੂੰ ਕਹਿੰਦੇ ਕਿ ਐਕਸੀਡੈਂਟ ਹੋਇਆ ਹੈ। ਮੇਰਾ ਬੇਟਾ ਤਾਂ ਅਸੀਂ ਘਬਰਾ ਗਏ। ਮੈਂ ਡੈਡੀ ਨੂੰ ਕਾਲ ਕੀਤੀ, ਨੋਨ 'ਚ ਹੈਗੇ 2-3 ਜਣੇ, ਉਹਨਾਂ ਨੂੰ ਕਾਲ ਕੀਤੀ, ਆਪਣੇ ਸਿਸਟਰ ਇਨ ਲਾਅ ਨੂੰ ਕਾਲ ਕੀਤੀ ਕਿ ਦੀਦੀ ਐਕਸੀਡੈਂਟ ਹੋ ਗਿਆ ਇੱਦਾਂ। ਬਾਅਦ 'ਚ ਇੱਦਾਂ ਪਤਾ ਲੱਗਿਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਸਨੇਹਾ ਟੀਵੀ। ਮੈਂ ਦਵਿੰਦਰ ਮੰਡ। ਅਕਸਰ ਕੀ ਹੁੰਦਾ, ਇਨਸਾਨ ਦੀ ਜ਼ਿੰਦਗੀ ਜਿਹੜੀ ਸੁਖਾਲੀ ਨਹੀਂ ਚੱਲਦੀ। ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ। ਕੁਝ ਇਹੋ ਜਿਹੀ ਕਹਾਣੀ ਲੈ ਕੇ ਤੁਹਾਡੀ ਨਜ਼ਰ ਹੋਏ ਆ। ਇੱਕ ਔਰਤ ਹੈ ਜਲੰਧਰ ਦੀ, ਚਾਚੇ ਦੇ ਢਾਬੇ ਦੇ ਨਾਲ ਮਸ਼ਹੂਰ ਇੱਕ ਢਾਬਾ ਹੈ ਜਲੰਧਰ ਦੇ ਵਿੱਚ, ਸਬਜ਼ੀ ਮੰਡੀ ਦੇ ਵਿੱਚ, ਅਤੇ ਇੱਕ ਸਿੰਗਲ ਮਦਰ ਨੇ, ਉਹ ਖੁਦ ਢਾਬਾ ਚਲਾ ਰਹੇ ਨੇ। ਕੁਝ ਸਾਲ ਪਹਿਲਾਂ ਉਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ ਸੀ ਅਤੇ ਉਸ ਤੋਂ ਬਾਅਦ ਉਹਨਾਂ ਦੇ ਫਾਦਰ ਇਨ ਲਾਅ ਦੀ ਡੈਥ ਹੋ ਗਈ ਸੀ। ਸੋ ਕਈ ਸੁਪਨੇ ਬੁਣੇ ਹੁੰਦੇ ਨੇ ਆਪਾਂ ਕਿ ਆਪਾਂ ਇਹ ਕੰਮ ਕਰਨਾ ਜਾਂ ਇਹ ਕੰਮ ਕਰਨਾ। ਉਹਨਾਂ ਦੇ ਵੀ ਕੁਝ ਸੁਪਨੇ ਸੀ, ਉਹਨਾਂ ਨੇ ਟੀਚਰ ਬਣਨਾ ਸੀਗਾ। ਸੋ ਵਿਆਹ ਤੋਂ ਬਾਅਦ ਜਿਹੜੀ ਉਹਨਾਂ ਨੇ ਸਟੱਡੀ ਸ਼ੁਰੂ ਕੀਤੀ ਸੀਗੀ ਅਤੇ ਅੱਜ ਸਾਡੇ ਨਾਲ ਉਹ ਔਰਤ ਮੌਜੂਦ ਹੈ। ਉਹਨਾਂ ਦਾ ਨਾਮ ਹੈ ਸ਼ਵੇਤਾ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਫਿਰ ਸਾਰੀ ਜਿਹੜੀ ਉਹਨਾਂ ਦੀ ਜੀਵਨੀ ਹੈ ਜਾਣਦੇ, ਕਿਸ ਤਰ੍ਹਾਂ ਉਹ ਢਾਬਾ ਮੈਨੇਜ ਕਰਦੇ ਨੇ, ਕਿਸ ਤਰ੍ਹਾਂ ਜਿਹੜਾ ਟੀਚਰ ਬਣਨ ਦਾ ਇੱਕ ਸੁਪਨਾ ਸੀ ਉਹਨੂੰ ਸਾਕਾਰ ਕਰਨਾ ਚਾਹੁੰਦੇ ਹੋ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ। ਮੈਮ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਜੀ ਮੈਮ, ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ, ਪਰ ਜਦੋਂ ਜੀਵਨ ਸਾਥੀ ਦਾ ਤੁਰ ਜਾਣਾ ਸਭ ਤੋਂ ਵੱਡਾ ਘਾਟਾ ਹੁੰਦਾ ਹੈ। ਸੋ ਸਭ ਤੋਂ ਪਹਿਲਾਂ ਮੈਮ ਇਹ ਦੱਸੋ ਕਿ ਇੱਕ ਤੁਹਾਡਾ ਸੁਪਨਾ ਸੀ ਟੀਚਰ ਬਣਨ ਦਾ। ਟੀਚਰ ਬਣਨ ਦੀ ਜਿਹੜੀ ਸਟੱਡੀ ਸੀ ਤੁਸੀਂ ਵਿਆਹ ਤੋਂ ਬਾਅਦ ਸ਼ੁਰੂ ਕੀਤੀ ਜਾਂ ਪਹਿਲਾਂ? ਹਾਂਜੀ, ਮੈਂ ਸਾਰੀ ਸਟੱਡੀ ਆਪਣੀ ਵਿਆਹ ਤੋਂ ਬਾਅਦ ਕੀਤੀ ਹੈ। ਮੈਂ ਆਫਟਰ ਮੈਰਿਜ ਮੇਰੀ ਜਦੋਂ ਮਤਲਬ ਵਿਆਹ ਹੋਇਆ ਉਸ ਤੋਂ 2-3 ਮਹੀਨੇ ਬਾਅਦ ਹੀ ਮੈਂ ਟਿਊਸ਼ਨਸ, ਮਤਲਬ ਸ਼ੌਕ ਸੀਗਾ, ਬੱਚਿਆਂ ਨਾਲ ਪਿਆਰ ਸੀਗਾ, ਤਾਂ ਮੈਂ ਟਿਊਸ਼ਨਾਂ ਪੜ੍ਹਾਉਣੀ ਸ਼ੁਰੂ ਕਰ ਦਿੱਤੀਆਂ। ਬਸ ਟਿਊਸ਼ਨਾਂ ਪੜ੍ਹਾਉਂਦੇ ਹੋਇਆ ਨਹੀਂ, ਮੈਨੂੰ ਪੜ੍ਹਨਾ ਚਾਹੀਦਾ ਹੈ, ਤਾਂ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ। ਉਹ ਪ੍ਰਾਈਵੇਟ ਕੀਤੀ ਸੀ ਕਿਉਂਕਿ ਮੈਨੂੰ ਪੰਜਾਬੀ ਨਹੀਂ ਆਉਂਦੀ ਹੁੰਦੀ ਸੀ, ਅਤੇ ਪ੍ਰਾਈਵੇਟ ਕੀਤੀ। ਉਸ ਤੋਂ ਬਾਅਦ ਜਦੋਂ ਮੇਰੀ ਗ੍ਰੈਜੂਏਸ਼ਨ ਹੋ ਗਈ ਤਾਂ ਫਿਰ ਹੋਇਆ ਬੀਐਡ ਵੀ ਕਰ ਲੈਂਦੇ ਆ ਕਿ ਕਿਉਂਕਿ ਉਸ ਟਾਈਮ ਜਦੋਂ ਮੈਂ ਬੱਚੇ ਪੜ੍ਹਾਏ ਤਾਂ ਮੈਨੂੰ ਸ਼ੌਕ ਆਇਆ ਕਿ ਨਹੀਂ, ਮੈਨੂੰ ਟੀਚਰ ਬਣਨਾ ਹੈ। ਤਾਂ ਫਿਰ ਮੈਂ ਬੀਐਡ ਕੀਤੀ। ਬੀਐਡ ਕਰਨ ਤੋਂ ਬਾਅਦ ਮੈਂ ਆਪਣੀ ਐਮਏ ਇਕਨੋਮਿਕਸ ਕੀਤੀ। ਉਹ ਮੈਂ ਕਾਲਜ ਤੋਂ ਕੀਤੀ, ਦੁਆਬਾ ਕਾਲਜ ਤੋਂ। ਫਿਰ ਐਮਏ ਇਕਨੋਮਿਕਸ ਤੋਂ ਬਾਅਦ ਇੱਦਾਂ ਮੈਨੂੰ एमजीएन कॉलेज तो कॉल आया कि मैडम हमारे यहाँ सीट खाली है, आप एमएड करेंगे? तो होया नहीं, चलो जहाँ तक इतनी पढ़ाई की एमएड भी कर लेते हैं, इसका स्कोप है आगे, तो एमएड कर ली। एमएड तो बाद सोचा कि यूजीसी क्लियर करांगे, यूजीसी तो बाद अपनी कोई पीएचडी कर लांगे, मतलब अच्छी लेक्चरार च जॉब लग जाएगी। क्योंकि मेरी मदर इन लॉ ਨੂੰ ਬਹੁਤ ਸ਼ੌਕ ਸੀਗਾ, ਸ਼ਾਇਦ ਮੈਂ ਜੋ ਇੰਨਾ ਪੜ੍ਹੀ ਹੈ ਨਾ ਉਹ ਉਹਨਾਂ ਨੇ ਹੀ ਮੈਨੂੰ ਇਨਕਰੇਜ ਕੀਤਾ ਸੀਗਾ। तो मैं बस ਕੀਤਾ ਆਪਣੀ यूजीसी ਦੀ ਕੋਚਿੰਗ ਵੀ ਲਈ, ਪੇਪਰ ਦਿੱਤਾ, 1 ਸਾਲ ਦਿੱਤਾ ਪੇਪਰ, क्लियर नहीं हुआ। थोड़ी जी पढ़ाई च कह लो कि नहीं हो पाया। फिर मेरे 2019 च हस्बैंड एक्सपायर हो गए। उस तो बाद ਪਹਿਲੇ ਤੋਂ ਵੈਸੇ ਹੀ ਬੰਦਾ ਜਦੋਂ ਇੱਕ ਲਾਈਫ ਦਾ ਇੱਕ ਜੋ ਹਿੱਸਾ ਹੁੰਦਾ, ਜਦੋਂ ਉਹ ਚਲਾ ਜਾਂਦਾ ਤੁਹਾਨੂੰ ਪਤਾ ਕਿੰਨਾ ਜ਼ਿਆਦਾ ਲਾਈਫ ਡਿਸਟਰੈਕਟ ਹੋ ਜਾਂਦੀ ਹੈ, ਟੁੱਟ ਗਈ, ਸਭ ਕੁਝ ਛੱਡ ਦਿੱਤਾ। ਫਿਰ ਹੋਇਆ ਧੀਰੇ ਧੀਰੇ ਸਾਰਿਆਂ ਨੇ ਸਮਝਾਉਣਾ ਕਿ ਮੁੰਡੇ ਵੱਲ ਦੇਖ। ਮੁੰਡੇ ਨੂੰ ਵੀ ਜਦੋਂ ਮੈਂ ਰੋਂਦੀ ਹੁੰਦੀ ਸੀ ਤਾਂ ਉਹ बेचारा ਸਹਿਮ ਜਾਂਦਾ ਸੀਗਾ। ਫਿਰ ਹੋਇਆ ਥੋੜ੍ਹਾ ਜਿਹਾ ਸਟਰੋਂਗ ਬਣੀ तो शॉप ਤੇ ਜਾਣਾ ਸ਼ੁਰੂ ਹੋ ਗਈ, ਕਿਉਂਕਿ ਫਾਦਰ ਇਨ ਲॉ ਜੋ ਥੇ ਉਹ ਕੈਂਸਰ ਦੇ ਪੇਸ਼ੈਂਟ ਸੀਗੇ, ਤਾਂ ਉਹ ਬੋਲ ਨਹੀਂ ਪਾਉਂਦੇ ਸੀ। ਤਾਂ ਸਾਰਿਆਂ ਨੇ ਮੈਨੂੰ ਸਮਝਾਇਆ ਤੂੰ ਸ਼ॉप ਤੇ ਜਾ,
ਪਹਿਲਾਂ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀਗਾ, ਮੇਰਾ ਦਿਲ ਨਹੀਂ ਲੱਗਦਾ ਸੀ ਸ਼ੌਪ 'ਤੇ ਜਾਣਾ, ਥੋੜ੍ਹੀ ਦੇਰ ਮੈਂ ਆ ਜਾਣਾ, ਕਿਉਂਕਿ ਉਸ ਟਾਈਮ ਮੈਂ ਟਿਊਸ਼ਨਾਂ ਬਹੁਤ ਪੜ੍ਹਾਉਂਦੀ ਹੁੰਦੀ ਸੀ ਜੀ। मैं बहुत ज़्यादा ट्यूशन्स पढ़ाई और फिर मैं बस इतना ही फिर साल 1.5 साल बाद हस्बैंड जो लॉकडाउन होया कोरोना तो शॉप बंद हो गई और क्योंकि वो ऑलरेडी पेशेंट सीगे तो जो शॉप ओपन हुई तो साडा वो काम नहीं रहा तो मतलब बहुत ज़्यादा असी डाउन कि मैं जो शॉप पर जाना ना तो इन्ना मतलब अंदरों होना कि सारा समान निकलूगा कि नहीं निकलूगा। मतलब मैनू अज भी याद है जो फस्ट टाइम मैं शॉप पर गई पूरे दिन बैठ के 200 रुपये लैके आई तो मैं डैडी ने 200 रुपये दिता, डैडी ने मैंने बोलिया इनू मैं की करा। मतलब उस चीज़ एहसास होया नहीं शायद मैं बहुत पैसे कमाए लेकिन उस टाइम मैंने शायद असली पैसे की इंपॉर्टेंस पता लगी कि नहीं पूरे दिन बैठने तो बाद मतलब मनो कि शॉप पर जाना ना बस रब का नाम लेना कि जो सब्जियां बनाई है साड़ी निकल जाऊँगी। मतलब वो टाइम भी मैं अपनी लाइफ से देखा है हस्बैंड तो बाद धीरे धीरे चलो माहौल थोड़ा जहा ठीक होने लग गया लेकिन इधर फादर इन लॉ बीमार होना शुरू हो गए। फिर मैं जनवरी 2021 च फादर इन लॉ की तबीयत जो ज़्यादा ख़राब होने लगी तो उन्होंने पूरा हैंडओवर मैनू करता शॉप कि तू देखना है। चलो धीरे धीरे मैनू आंदा नहीं सी लेकिन वर्कर सीगे उन्होंने को देखना उन्होंने को सीखना कि किद्दां कर रहे हैं, हौली हौली मैनेज करना आ गया। फिर फादर इन लॉ की तबीयत ज़्यादा ख़राब हो गई, मार्च से वो एक्सपायर हो गए। फिर कुछ समझ ना आए कि किद्दां करूँ सारा कुछ ना कि एक उन्हों का सहारा बहुत सीगा सानू कि चलो वड्डे बैठे आ इन्नी टेंशन नहीं होंदी सी लेकिन धीरे धीरे जो जिम्मेवारियां वध गईयां शॉप पूरा शॉप वाल ध्यान हो गया कित्थे जाना नहीं जी मैं शॉप ते जाना है ना क्योंकि शॉप नू स्टैंड करना सीगा कि उन्हों का जो नाम सीगा मैं चाहती सी जो नाम है ना वो उदा ही रहे कि वो डाउन ना हो। अगर एक बार डाउन हो गया तो लोगों ने कहना कि देखा चाची का नाम इन्हें मिट्टी करता नूह ने क्योंकि एक नूह आ मैं है ना। तो बस इदा ही धीरे धीरे शॉप चलाई। फिर दोबारा फ्रेंड्स ने कहा कि तू देख इतनी एजुकेटेड है तू अपनी टीचिंग ना छोड़ है ना। मैं कहा नहीं यार मैं नहीं पढ़ाना, कहते नहीं तू साइड टू साइड अपनी स्टार्ट कर। मेरे ब्रदर ने मैनू दसिया कि इस एक ऐप आ रहा है जिहदे ऑनलाइन ट्यूशनस होंदी उन्हें मैनू बहुत हैल्प की और अज भी मेरी बहुत हैल्प कर रहा है। मैं ऑनलाइन ट्यूशनां स्टार्ट कीतियां और फादर की हैल्प हैगी है पूरी, फादर दे मतलब हैल्प नाल मैं मैनेज करदी हाँ शॉप नू और सारा इदां। मैम ਮੈਨੂੰ ਸ਼ਾਇਦ ਲੱਗਦਾ ਨਹੀਂ ਇਹ ਸਵਾਲ ਪੁੱਛਣਾ ਚਾਹੀਦਾ ਬਟ ਫਿਰ ਵੀ ਮੈਂ ਥੋੜ੍ਹਾ ਜਿਹਾ ਪੁੱਛੂੰਗਾ ਕਿ ਤੁਹਾਡੇ ਹਸਬੈਂਡ ਬਿਮਾਰ ਰਹਿੰਦੇ ਸੀ ਜਾਂ ਕੀ ਕਾਰਨ ਹੋ ਗਿਆ ਉਹਨਾਂ ਦੀ ਜਿਹੜੀ ਡੈਥ ਹੋਈ ਹੈ? ਹਸਬੈਂਡ ਮੇਰੇ ਸਾਨੂੰ ਐਕਚੁਅਲੀ ਪਤਾ ਨਹੀਂ ਲੱਗਿਆ ਉਹਨਾਂ ਦੀ ਡੈਥ ਕਿੱਦਾਂ ਹੋਈ ਕਿਉਂਕਿ ਆਏ ਅਸੀਂ ਮਤਲਬ ਅੱਛੇ ਵਾਲੇ ਅਸੀਂ ਗੱਲਬਾਤ ਕਰ ਰਹੇ ਆ ਘਰ ਸੀਗੇ ਅਸੀਂ ਰੋਟੀ ਖਾਧੀ ਆ ਮੈਨੂੰ ਕਹਿੰਦੇ ਮੈਂ ਬਾਹਰ ਹੋ ਕੇ ਆਇਆ। ਮੈਂ ਕਿਹਾ ਚਲੋ ਫਰੈਂਡ ਸਰਕਲ ਨੂੰ ਮਿਲ ਗਏ ਹੋਣੇ ਤੇ 10 ਵਜ ਕੇ 11 ਵਜ ਕੇ ਔਰ ਉਸ ਦਿਨ ਉਹਨਾਂ ਕੋਲ ਫ਼ੋਨ ਨਹੀਂ ਸੀਗਾ, ਉਹਨਾਂ ਦਾ ਫ਼ੋਨ ਵੀ ਖ਼ਰਾਬ ਸੀਗਾ। ਹੁਣ ਮੈਂ ਕਿਹਨੂੰ ਕਵਾਂ, ਜਿਹਨੂੰ ਕਹੂੰਗੀ ਉਹਨਾਂ ਨੇ ਕਹਿਣਾ ਕਿ ਇਹਦਾ ਹਸਬੈਂਡ ਆਇਆ ਨਹੀਂ। ਥੋੜ੍ਹਾ ਜਿਹਾ ਤੁਹਾਨੂੰ ਪਤਾ ਇੱਕ ਲੇਡੀ ਨੂੰ ਹੋ ਜਾਂਦਾ ਕਿ ਬੇਇੱਜ਼ਤੀ ਹੋਣੀ ਕਿਸੇ ਨੂੰ ਪੁੱਛਾਂਗੇ। ਤਾਂ ਬਸ ਇੱਦਾਂ ਹੀ ਰਾਤ ਨੂੰ ਡੈਡੀ ਆਏ 12 ਵਜੇ। ਮੈਂ ਕਿਹਾ ਡੈਡੀ ਆਏ ਨਹੀਂ, ਡੈਡੀ ਕਹਿੰਦੇ ਆ ਜਾਊਗਾ ਕਿਉਂਕਿ ਕਈ ਵਾਰ ਇੱਦਾਂ ਹੋਇਆ ਫਰੈਂਡ ਸਰਕਲ 'ਚ ਲੇਟ ਆਏ ਚਲੋ ਆ ਜਾਣਗੇ। ਪੂਰੀ ਰਾਤ मतलब बस उठ के देखना नहीं आए, उठ के देखना मतलब रोना भी, आँख भी लग जानी। फ्रेंड है जो मेरे बहुत ज़्यादा मेरी क्लोज है, मतलब हर दुख हर सुख से उस औरत ने मेरा साथ दिता है। तो कुदरती वो जो मतलब वो सोन तो पहले मैनू जरूर मैसेज करदी, ਉਹਦਾ ਮੈਨੂੰ ਮੈਸੇਜ ਆਇਆ ਕੀ ਹੋਇਆ। ਮੈਂ ਕਿਹਾ ਪਤਾ ਨਹੀਂ ਕੀ ਹੋਇਆ, ਆਏ ਨਹੀਂ ਹੈਗੇ। ਉਹ ਵਿਚਾਰੀ ਪੂਰੀ ਰਾਤ ਮੈਨੂੰ ਪੁੱਛਦੀ ਰਹੀ ਤੇ ਮੈਂ ਬਸ ਮੈਂ ਕਿਹਾ ਆਏ ਨਹੀਂ। ਇੱਦਾਂ ਅਸੀਂ ਗੱਲ ਕਰਦੇ ਰਹੇ, ਅੱਖ ਵੀ ਲੱਗ ਜਾਂਦੀ ਸੀ। ਰਾਤੀ 2 ਵਜੇ ਮੈਨੂੰ ਅੱਜ ਵੀ ਯਾਦ ਹੈ, ਮਤਲਬ ਉਹ ਚੀਜ਼ ਮੈਂ ਭੁੱਲ ਨਹੀਂ ਸਕਦੀ ਲਾਈਫ ਦੀ। ਮੈਂ ਸੁੱਤੀ ਹੋਈ ਸੀ, ਅਚਾਨਕ 2 ਵਜੇ ਮੇਰੀ ਜਾਗ ਖੁੱਲੀ ਔਰ ਮੈਂ ਇੱਥੇ ਲੇਟੀ ਹੋਈ ਸੀ, ਮੇਰਾ ਬੇਟਾ ਮੇਰੇ ਨਾਲ ਸੀ। ਮੈਂ ਫਟਾਫਟ ਥੱਲੇ ਦੌੜੀ ਗਈ, ਡੈਡੀ ਸੁੱਤੇ ਹੋਏ, ਆਈ ਇਹ ਬਾਹਰ ਵਿੰਡੋ ਖੋਲ੍ਹੀ, ਵਿੰਡੋ ਚਾਰੋਂ ਪਾਸੇ ਸਨਾਟਾ। ਮੈਨੂੰ ਇੱਦਾਂ ਅਹਿਸਾਸ ਹੋਇਆ ਕਿਸੇ ਨੇ ਮੈਨੂੰ ਆਵਾਜ਼ ਮਾਰੀ ਸ਼ਵੇਤਾ। ਮੈਂ ਨਾ ਫਟਾਫਟ ਅੰਦਰ ਆ ਕੇ ਮੈਂ ਨਾ ਰੋਣ ਲੱਗੀ। ਮੈਂ ਆਪਣੀ ਫਰੈਂਡ ਨੂੰ ਮੈਸੇਜ ਕੀਤਾ, ਕਹਿੰਦੀ ਕਿ ਮਤਲਬ ਮੈਂ ਉਹਨੂੰ ਦੱਸਿਆ, ਮੈਂ ਕਿਹਾ ਮੈਨੂੰ ਨਾ ਡਰ ਲੱਗ ਰਿਹਾ। ਕਹਿੰਦੀ ਤੂੰ ਡਰ ਨਾ। ਮੈਂ ਕਿਹਾ ਨਹੀਂ ਕੁਛ ਹੋਇਆ ਹੈ। ਮੈਂ ਉਹਨੂੰ ਇੰਨੀ ਗੱਲ ਕਹੀ, ਮੈਂ ਕਿਹਾ ਕੁਛ ਹੋਇਆ ਬਟ ਮੈਨੂੰ ਬਹੁਤ ਡਰ ਲੱਗ ਰਿਹਾ। ਮੈਂ ਕਿਹਾ ਮੈਂ ਕਿਹਨੂੰ ਦੱਸਾਂ, ਮਤਲਬ ਮੈਨੂੰ ਬਹੁਤ ਡਰ ਲੱਗ ਰਿਹਾ। ਮੈਂ ਇੱਦਾਂ ਹੀ ਗੱਲ ਕਰਦੇ ਕਰਦੇ ਸੋ ਗਈ। ਫਿਰ ਮੈਂ 5 ਵਜੇ ਆਪਣੀ ਸਿਸਟਰ ਇਨ ਲਾਅ ਨੂੰ ਕਾਲ ਕੀਤੀ। ਦੀਦੀ ਕਹਿੰਦੇ ਕੀ ਹੋਇਆ ਸ਼ਵੇਤਾ, ਉਹ ਵੀ ਡਰ ਗਏ। ਮੈਂ ਕਿਹਾ ਦੀਦੀ ਉਹ ਆਏ ਨਹੀਂ ਹੈਗੇ। ਮੈਮ ਤੁਹਾਡੀ ਇਹ ਜ਼ਿੰਦਗੀ ਦਾ ਇੱਕ ਹਿੱਸਾ ਸੀ, ਰੱਬ ਦਾ ਭਾਣਾ ਮੰਨ ਕੇ ਸਾਨੂੰ ਇਹ ਹੁਣ ਮੰਨਣਾ ਚਾਹੀਦਾ ਕਿਉਂਕਿ ਜੋ ਗਏ ਨੇ ਉਹ ਵਾਪਸ ਨਹੀਂ ਆ ਸਕਦੇ। ਤੁਹਾਨੂੰ ਸਿਰਫ ਹੁਣ ਹੌਸਲੇ ਦੀ ਲੋੜ ਆ ਅਤੇ ਤੁਹਾਨੂੰ ਇੱਕ ਤਾਕਤ ਦੀ ਲੋੜ ਹੈ। ਤੁਸੀਂ ਆਪਣੀ ਜਿਹੜੀ ਲਾਈਫ ਅੱਗੇ ਵਧਾਉਣੀ ਹੈ। ਇੱਕ ਜਦੋਂ ਇੱਕ ਚੀਜ਼ ਦਿਲ ਤੋਂ ਜੁੜੀ ਹੁੰਦੀ ਹੈ ਹੈ ਨਾ। ਤਾਂ ਮੈਂ ਆਪਣੀ ਸਿਸਟਰ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਕੋਈ ਗੱਲ ਨਹੀਂ ਆ ਜਾਊਗਾ, ਅਗਰ ਆਊਗਾ ਨਾ ਤੂੰ ਬੁਲਾਈ ਨਾ। ਮੈਂ ਕਿਹਾ ਇਸ ਵਾਰੀ ਮੈਂ ਇਹ ਸੋਚਿਆ ਹੈ, ਮੈਂ ਕਿਹਾ ਆਉਣਗੇ ਨਾ ਮੈਂ ਬੁਲਾਉਣਾ ਹੀ ਨਹੀਂ ਹੈਗਾ। ਅਤੇ
ਬਸ ਅਸੀਂ 6 ਵਜੇ ਮੈਂ ਉੱਚੀ ਉੱਚੀ ਰੋਣਾ ਸ਼ੁਰੂ ਹੋ ਗਈ। ਮੇਰਾ ਬੇਟਾ ਉੱਠਿਆ, ਕਹਿੰਦਾ ਮੰਮਾ ਕੀ ਹੋਇਆ, ਪਾਪਾ ਨਹੀਂ ਆਏ? ਮੈਂ ਕਿਹਾ ਨਹੀਂ। ਤੇ ਕਹਿੰਦਾ ਮੰਮਾ ਕੋਈ ਨਾ, ਆ ਜਾਊਂਗੇ। ਅਸੀਂ ਦੋਨੋਂ ਥੱਲੇ ਗਏ, ਮਾਂ ਪੁੱਤ। ਬੇਟੇ ਨੇ ਬੇਕਸ ਜਾਣਾ ਸੀਗਾ, ਉਹਦੀ ਮੈਂ ਤਿਆਰੀ ਕਰ ਰਹੀ ਸੀ, ਤੇ ਉਹ 'ਚ ਪੁਲਿਸ ਵਾਲੇ ਆ ਗਏ। ਕਹਿੰਦੇ ਐਕਟਿਵਾ ਨੰਬਰ ਤੁਹਾਡਾ ਆ? ਮੈਂ ਕਿਹਾ ਹਾਂਜੀ। ਕਹਿੰਦੇ ਕਿਹਦੀ ਐਕਟਿਵਾ? ਮੈਂ ਕਿਹਾ ਮੇਰੀ ਹੈ। ਕਹਿੰਦੇ ਘਰ ਕੌਣ ਹੈ? ਮੈਂ ਕਿਹਾ ਫਾਦਰ ਇਨ ਲਾਅ ਸ਼ੌਪ 'ਤੇ ਗਏ ਆ ਅਤੇ ਹਸਬੈਂਡ ਹੈ ਨਹੀਂ। ਕਹਿੰਦੇ ਉਹ ਕਿੱਥੇ ਹੈ? ਮੈਂ ਕਿਹਾ ਪਤਾ ਨਹੀਂ, ਉਹ ਰਾਤ ਦੇ ਆਏ ਨਹੀਂ ਹੈਗੇ। ਕਹਿੰਦੇ ਤੁਸੀਂ ਲੱਭਿਆ ਨਹੀਂ ਉਹਨਾਂ ਨੂੰ? ਅਤੇ ਮੈਂ ਕਿਹਾ ਨਹੀਂ, ਮੈਂ ਕਿਹਾ ਫਾਦਰ ਇਨ ਲਾਅ ਬੋਲ ਨਹੀਂ ਸਕਦੇ ਆ, ਅਤੇ ਮੈਂ ਰਾਤ ਨੂੰ ਇਕੱਲੀ ਕਿੱਥੇ ਜਾਊਂਗੀ? ਅਤੇ ਮੈਂ ਕਿਹਾ ਹੁਣ ਅਸੀਂ ਫ਼ੋਨ ਕੀਤਾ 2-3 ਦੋਸਤਾਂ ਨੂੰ, ਤਾਂ ਉਹ ਕਹਿੰਦੇ ਆਏ ਨਹੀਂ ਹੈਗੇ। ਅਤੇ ਨਾਲ ਦੇ ਭਈਆ ਸੀਗੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਈਆ ਦੇਖਿਓ ਕੀ ਗੱਲ ਹੋ ਗਈ ਹੈ। ਤਾਂ ਭਈਆ ਨੇ ਪੁੱਛਿਆ, ਉਹਨਾਂ ਨੂੰ ਦੱਸ ਦਿੱਤਾ, ਬਟ ਮੈਨੂੰ ਕਹਿੰਦੇ ਕਿ ਐਕਸੀਡੈਂਟ ਹੋਇਆ ਹੈ। ਮੇਰਾ ਬੇਟਾ ਤਾਂ ਅਸੀਂ ਘਬਰਾ ਗਏ। ਮੈਂ ਡੈਡੀ ਨੂੰ ਕਾਲ ਕੀਤੀ, ਨੋਨ 'ਚ ਹੈਗੇ 2-3 ਜਣੇ, ਉਹਨਾਂ ਨੂੰ ਕਾਲ ਕੀਤੀ, ਆਪਣੇ ਸਿਸਟਰ ਇਨ ਲਾਅ ਨੂੰ ਕਾਲ ਕੀਤੀ ਕਿ ਦੀਦੀ ਐਕਸੀਡੈਂਟ ਹੋ ਗਿਆ ਇੱਦਾਂ। ਅਤੇ ਅਸੀਂ ਹੌਸਪੀਟਲ ਗਏ, ਉੱਥੇ ਅਸੀਂ ਸਾਰਾ ਲੱਭਿਆ। ਉਹ ਕਹਿੰਦੇ ਇੱਥੇ ਕੋਈ ਐਕਸੀਡੈਂਟ ਕੇਸ ਆਇਆ ਹੀ ਨਹੀਂ ਹੈ। ਅਸੀਂ ਬੜੇ ਪਰੇਸ਼ਾਨ। ਅਤੇ ਬਾਅਦ 'ਚ ਇੱਦਾਂ ਪਤਾ ਲੱਗਿਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ, ਅਤੇ ਹੌਸਪੀਟਲ 'ਚ ਮਤਲਬ ਉਹਨਾਂ ਨੂੰ ਬਾਹਰ ਹੀ ਡਿੱਗੇ ਹੋਏ ਮਿਲੇ ਸੀਗੇ। ਤਾਂ ਬਸ ਸਾਨੂੰ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ, ਅੱਜ ਤੱਕ ਨਹੀਂ ਪਤਾ ਲੱਗਿਆ। ਜੀ ਮੈਮ, ਹੁਣ ਤੁਹਾਡੇ ਢਾਬੇ ਦੀ ਗੱਲ ਕਰਦੇ ਹਾਂ, ਕਿਉਂਕਿ ਉਹ ਤਾਂ ਇੱਕ ਸਮਾਂ ਸੀ, ਚਲੋ ਹੁਣ ਲੰਘ ਗਿਆ ਆ। ਹੁਣ ਤੁਹਾਨੂੰ ਹੋਰ ਸਟਰੋਂਗ ਹੋਣਾ ਪੈਣਾ ਹੈ, ਕਿਉਂਕਿ ਤੁਸੀਂ ਇੱਕ ਸਿੰਗਲ ਮਦਰ ਹੋ। ਅੱਗੇ ਤੁਸੀਂ ਆਪਣੇ ਬੱਚੇ ਨੂੰ ਵੀ ਪੜ੍ਹਾਉਣਾ, ਉਹਨੂੰ ਵੀ ਵੱਡਾ ਕਰਨਾ, ਅੱਗੇ ਉਹਨੂੰ ਜੋਬ 'ਤੇ ਲੈ ਕੇ ਜਾਣਾ ਆ। ਸੋ ਗੱਲ ਕਰਦੇ ਢਾਬੇ ਦੀ, ਸਭ ਤੋਂ ਪਹਿਲਾਂ ਤੁਹਾਡੇ ਜਿਹੜੇ ਮਦਰ ਇਨ ਲਾਅ ਸੀ ਉਹਨਾਂ ਦੀ ਡੈਥ ਹੋਈ, ਫਿਰ ਉਸ ਤੋਂ ਬਾਅਦ ਤੁਹਾਡੇ ਹਸਬੈਂਡ ਦੀ, ਫਿਰ ਫਾਦਰ ਇਨ ਲਾਅ ਦੀ। ਤਿੰਨੇ ਜੀ ਜਿਹੜੇ ਘਰ ਤੋਂ ਜਾਣੇ ਬਹੁਤ ਵੱਡੀ ਗੱਲ ਹੈ ਮੈਮ, ਕਿਉਂਕਿ ਆਪਣੇ ਆਪ ਨੂੰ ਸਾਂਭਣਾ ਬਹੁਤ ਔਖਾ ਹੈ। ਸੋ ਉਸ ਤੋਂ ਬਾਅਦ ਤੁਸੀਂ ਸੋਚਿਆ ਸੀਗਾ ਇਹ ਸਭ ਕੁਝ ਜਾਣ ਤੋਂ ਬਾਅਦ, ਜਦੋਂ ਸਭ ਕੁਝ ਖਤਮ ਹੋ ਗਿਆ, ਕਿ ਇਹ ਢਾਬਾ ਰਨ ਕਰਨਾ ਹੈ ਜਾਂ ਆਪਣੇ ਵਾਪਸ ਯੂਪੀ ਚਲੇ ਜਾਣਾ ਹੈ? ਮੈਂ ਜਦੋਂ ਦੇਖਦੀ ਆ ਸਾਡੇ ਢਾਬੇ 'ਤੇ ਕੰਮ ਨਹੀਂ ਹੈਗਾ, ਇੰਨਾ ਖਰਚੇ ਕੱਢਣੇ ਬੜੇ ਔਖੇ ਆ। ਫਿਰ ਕਈ ਵਾਰ ਸੋਚਦੀ ਹੈ ਯੂਪੀ ਸੈੱਟ ਹੋ ਜਾਵਾਂ, ਉੱਥੇ ਗੌਰਮੈਂਟ ਜੋਬ ਈਜ਼ਲੀ ਮਿਲ ਜਾਂਦੀ ਹੈ, ਮਤਲਬ ਜਿਸ ਅਕੋਰਡਿੰਗ ਮੈਂ ਪੜ੍ਹੀ ਹਾਂ। ਫਿਰ ਕਈ ਵਾਰ ਸੋਚਦੀ ਨਹੀਂ, ਇੱਥੇ ਰਹਿ ਕੇ ਆਪਣੇ ਬੱਚੇ ਨੂੰ ਪੜ੍ਹਾਉਣਾ, ਔਰ ਉਹਨੂੰ ਇੰਨਾ ਮੈਂ ਪੜ੍ਹਾ ਦੇਣਾ ਨਾ ਕਿ ਉਹਨੂੰ ਨਾ ਅਹਿਸਾਸ ਹੋ ਕਿ ਮੇਰੇ ਫਾਦਰ ਨਹੀਂ ਸੀਗੇ ਜਾਂ ਮੇਰੇ ਗ੍ਰੈਂਡਫਾਦਰ ਨਹੀਂ ਸੀਗੇ, ਮੇਰੀ ਮੰਮਾ ਨੇ ਮੈਨੂੰ ਪੜ੍ਹਾਇਆ ਨਹੀਂ। ਬਟ ਹੁਣ ਜ਼ਿੰਦਗੀ 'ਚ ਬਸ ਇੱਕ ਹੀ ਹੈ, ਮੈਂ ਆਪਣੇ ਬੱਚੇ ਨੂੰ ਸਟੈਂਡ ਕਰਨਾ, ਉਹਨੂੰ ਪੜ੍ਹਾਉਣਾ ਹੈ। ਐਕਚੁਅਲੀ ਉਹ ਬੱਚਾ ਵੀ, ਉਹਨੂੰ ਇੰਨੀ ਸਮਝ ਨਹੀਂ ਹੈ ਪੜ੍ਹਾਈ ਦੀ, ਬਟ ਮੇਰਾ ਹੁਣ ਇਹੀ ਮਕਸਦ ਹੈ ਕਿ ਇਹਨੂੰ ਮੈਂ ਅੱਛੀ ਕੁਆਲੀਫਿਕੇਸ਼ਨ ਦੇਵਾਂ ਕਿ ਇਹ ਸਟੈਂਡ ਹੋ ਜਾਏ, ਕਿ ਅੱਗੋਂ ਆਪਣੀ ਫੈਮਿਲੀ ਨੂੰ, ਮੇਰੀ ਜ਼ਿੰਦਗੀ ਦਾ ਦੇਖੋ ਪਤਾ ਨਹੀਂ ਹੈ ਨਾ, ਲੇਕਿਨ ਕੱਲ੍ਹ ਨੂੰ ਚਲੋ ਇੰਨਾ ਸਟੈਬਲਿਸ਼ ਤਾਂ ਹੋਗਾ ਕਿ ਆਪਣੀ ਫੈਮਿਲੀ ਨੂੰ ਅੱਛੇ ਤਰੀਕੇ ਪਾਲ ਸਕੇਗਾ। ਜੀ ਜੀ। ਅਤੇ ਮੈਮ ਗੱਲ ਕਰਦੇ ਹਾਂ ਹੁਣ ਤੁਹਾਡੀ, ਜਿੱਦਾਂ ਤੁਸੀਂ ਗੱਲ ਕੀਤੀ ਬਹੁਤ ਜ਼ਿਆਦਾ ਸਟੱਡੀ ਕੀਤੀ ਹੈ, ਠੀਕ ਹੈ ਜੀ। ਤੁਸੀਂ ਕਦੀ ਕੋਸ਼ਿਸ਼ ਨਹੀਂ ਕੀਤੀ ਸਰਕਾਰ ਅੱਗੇ ਜਾਣ ਦੀ ਜਾਂ ਕਿਸੇ ਅੱਗੇ ਜਾਣ ਦੀ ਕਿ ਮੈਨੂੰ ਜਿਹੜੀ ਨੌਕਰੀ ਦਿੱਤੀ ਜਾਵੇ? ਨਾ, ਮੈਂ ਕਈ ਵਾਰ ਸੋਚਿਆ ਕਿ ਜਿੱਦਾਂ ਲੋਕ ਕਹਿ ਦਿੰਦੇ ਆ ਕਿ ਸਿਫਾਰਿਸ਼, ਮਤਲਬ ਅਸੀਂ ਲੈਟਰ ਲਿਖਦੇ ਆ, ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਸਾਨੂੰ ਹੈ ਨਹੀਂ, ਲੇਕਿਨ ਕਦੇ ਅੱਛੀ ਸੋਚੀ ਨਹੀਂ ਇੰਨਾ ਕਿ ਇੰਨਾ ਜ਼ਿਆਦਾ, ਜਿੰਨੇ 'ਚ ਸੀਗੀ ਉਨੇ 'ਚ ਬਹੁਤ ਖੁਸ਼ ਸੀਗੀ ਮੈਂ। ਪੜ੍ਹ ਰਹੀ ਸੀ, ਮਤਲਬ ਕਿ ਪੜ੍ਹ ਰਹੀ ਸੀ, ਆਪਣਾ ਪੜ੍ਹਾ ਰਹੀ ਸੀ, ਅੱਛਾ ਚੱਲ ਰਿਹਾ ਸੀਗਾ, ਠੀਕ ਹੈ ਚਲੋ, ਹੈ ਨਾ। ਲੇਕਿਨ ਇੱਕ ਇੰਨੀ ਉਮੀਦ ਸੀਗੀ ਕਿ ਇੱਕ ਟਾਈਮ ਆਊਗਾ ਜਦੋਂ ਮੈਂ ਜੋਬ ਕਰਾਂਗੀ, ਬਟ ਇਹ ਨਹੀਂ ਪਤਾ ਕਿ ਜਦੋਂ ਟਾਈਮ ਆਉਣਾ ਸੀਗਾ ਅਤੇ ਮੈਂ ਹੋਰ ਕਿਸੇ ਜ਼ਿੰਮੇਵਾਰੀਆਂ 'ਚ ਫਸ ਜਾਣਾ ਸੀ। ਔਰ ਅੱਜ ਸ਼ਾਇਦ ਇੰਨੀ ਓਵਰ ਜ਼ਿੰਮੇਵਾਰੀਆਂ ਕਿ ਮੈਨੂੰ ਇਹ ਲੱਗਦਾ ਕਿ ਇਹ ਨਾ ਹੋ ਕਿ ਮੈਂ ਆਪਣੇ ਆਪ ਨੂੰ ਮਤਲਬ ਜ਼ਿਆਦਾ ਫਸਾ ਲਵਾਂ। ਜੋ ਮੇਰੇ ਬੱਚੇ ਦੀ ਇਸ ਟਾਈਮ ਏਜ ਹੈ, ਤੁਹਾਨੂੰ ਵੀ ਪਤਾ 14 ਸਾਲ ਤੋਂ ਲੈ ਕੇ 17 ਸਾਲ ਤੱਕ ਦੇ ਬੱਚੇ ਦਾ ਪੂਰਾ ਧਿਆਨ ਰੱਖਣਾ ਪੈਂਦਾ, ਜੋ ਇਹਨਾਂ ਦੀ ਉਮਰ ਹੈ। ਇਸ ਕਰਕੇ ਮੈਨੂੰ ਇਸ ਚੀਜ਼ ਦਾ ਡਰ ਲੱਗਦਾ ਹੈ ਕਿ ਇਹ ਨਾ ਹੋ ਕਿ ਮੈਂ ਜੋਬ ਕਰਾਂ ਤਾਂ ਮੇਰਾ ਬੱਚਾ ਗਲਤ ਸੁਸਾਇਟੀ 'ਚ ਨਾ ਪੈ ਜਾਏ। ਜੀ, ਤੁਹਾਡੇ ਪੇਕੀ ਪਰਿਵਾਰ ਨੇ ਕਦੀ ਨਹੀਂ ਕਿਹਾ ਕਿ ਤੁਹਾਡਾ ਜਿਹੜਾ ਬੱਚਾ ਸੀ ਉਹ ਇੱਥੇ ਆ ਕੇ ਪੜ੍ਹਾ ਦਿੰਦੇ ਆ, ਕਿ ਤੁਸੀਂ ਜਿਹੜਾ ਆਪਣਾ ਜਿਹੜਾ ਕੰਮ ਕਰ ਤੁਸੀਂ ਦੇਖ ਸਕਦੇ ਆ, ਜਾਂ ਤੁਹਾਡਾ ਨਹੀਂ ਕਦੀ ਮਨ ਕੀਤਾ ਕਿ ਆਪਣੇ ਮੈਂ ਬੱਚੇ ਨੂੰ ਆਪਣੇ ਨਾਨਕੇ ਭੇਜ ਦੇਵਾਂ ਉਹਦੇ? ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਉਹ ਪੂਰਾ ਸਪੋਰਟ ਕਰਨਗੇ ਮੈਨੂੰ, ਉਹ ਕਰਦੇ ਵੀ ਆ, ਬਟ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਜੋ ਇੱਕ ਪਰਵਰਿਸ਼, ਇੱਕ ਧਿਆਨ ਮਾਂ ਰੱਖ ਸਕਦੀ ਹੈ ਨਾ, ਚਾਹੇ ਨਾਨੀ ਨਾਨੇ ਜਿੰਨਾ ਪਿਆਰ ਕਰਦੇ ਹੋ, ਠੀਕ ਹੈ, ਉਹਨਾਂ ਦਾ ਪਿਆਰ ਹੋਊਗਾ, ਬਟ ਜੋ ਮੈਂ ਉਹਦੀ ਪੜ੍ਹਾਈ ਦਾ ਧਿਆਨ ਰੱਖ ਸਕਦੀ ਹਾਂ, ਜੋ ਮੈਂ ਦੇਖ ਸਕਦੀ ਹਾਂ ਕਿ ਉਹ ਕੀ ਕਰ ਰਿਹਾ ਹੈ, ਕਿੱਥੇ ਜਾ ਰਿਹਾ ਹੈ, ਸ਼ਾਇਦ ਉਹਨਾਂ ਦੀ ਤਾਂ ਆਪੇ ਇੰਨੀ ਏਜ ਹੋ ਚੁੱਕੀ ਹੈ ਕਿ ਉਹ, ਹੈ ਨਾ, ਉਹ ਸਿਰਫ ਪਿਆਰ ਕਰ ਸਕਦੇ ਆ, ਉਹ ਰੱਖ ਸਕਦੇ ਆ, ਬਟ ਇਹ ਧਿਆਨ ਤਾਂ ਮੈਂ ਰੱਖ ਸਕਦੀ, ਇਸ ਕਰਕੇ ਮੇਰੀ ਹਿੰਮਤ ਨਹੀਂ ਹੁੰਦੀ ਕਿ ਮੈਂ ਉਹਨੂੰ ਉੱਥੇ ਛੱਡਾਂ। ਜੀ ਮੈਮ, ਤੁਹਾਡੇ 'ਤੇ ਬਹੁਤ ਮਾੜਾ ਸਮਾਂ ਇੱਕ ਵਾਰੀ ਆਇਆ ਕਿ ਤੁਹਾਡਾ ਢਾਬਾ ਵੀ ਬੰਦ ਹੋਣ ਦੀ ਸਮੇਂ 'ਤੇ ਆ ਗਿਆ ਸੀਗਾ। ਉਸ ਵੇਲੇ ਤੁਹਾਡੇ ਜਿਹੜੇ ਵਰਕਰਸ ਨੇ, ਜਿਹੜੇ ਕੰਮ ਕਰਨ ਵਾਲੇ ਬੰਦੇ ਨੇ, ਉਹਨਾਂ ਨੇ ਤੁਹਾਡਾ ਸਾਥ ਨਹੀਂ ਛੱਡਿਆ? ਐਕਚੁਅਲੀ ਉਸ ਟਾਈਮ ਅਸੀਂ ਵਰਕਰ ਰੱਖਿਆ ਹੀ ਨਹੀਂ ਸੀਗਾ, ਕਿਉਂਕਿ ਸਾਰੇ ਪਿੰਡ ਗਏ ਹੋਏ ਸੀਗੇ। ਸਿਰਫ ਇੱਕ ਆਂਟੀ ਨੂੰ ਰੱਖਿਆ ਸੀਗਾ ਉਸ ਟਾਈਮ, ਤੇ ਆਂਟੀ ਤੇ ਮੈਂ ਸੀਗੇ, ਤੇ ਫਾਦਰ ਇਨ ਲਾਅ ਥੋੜ੍ਹੇ ਟਾਈਮ ਲਈ ਆਉਂਦੇ ਸੀ, ਉਹ ਚਲੇ ਜਾਂਦੇ ਸੀ, ਫਿਰ ਆਪਾਂ ਦੋਨੋਂ ਹੀ ਮੈਨੇਜ ਕਰਦੇ ਸੀ। ਫਿਰ ਜਦੋਂ ਥੋੜ੍ਹਾ ਮਾਹੌਲ ਖੁੱਲ੍ਹਣਾ ਸ਼ੁਰੂ ਹੋ ਗਿਆ, ਫਿਰ ਅਸੀਂ ਵਰਕਰ ਬੁਲਾਏ, ਔਰ ਨਹੀਂ, ਵਰਕਰ ਬਹੁਤ ਸਪੋਰਟਿਵ ਹੈ, ਉਹ ਕਰਦੇ, ਹੈਲਪ ਕਰਦੇ ਆ। ਅਗਰ ਮੈਂ ਨਹੀਂ ਹੁੰਦੀ ਤਾਂ ਉਹ ਮੈਨੇਜ ਕਰ ਲੈਂਦੇ ਸ਼ੌਪ ਨੂੰ ਸਾਰਾ। ਹਾਂਜੀ। ਅਤੇ ਮੈਮ, ਸਮਾਂ ਸਾਡੇ ਤੋਂ ਬਹੁਤ ਥੋੜ੍ਹਾ ਰਹਿ ਗਿਆ, ਹੁਣ ਜਾਣ ਦਾ ਸਮਾਂ ਹੋ ਗਿਆ। ਜਾਂਦੀ ਵਾਰ ਜੋ ਤੁਹਾਡੇ ਵਰਗੇ ਸਿੰਗਲ ਮਦਰ ਨੇ,
ਜਾਂ ਸਾਡੇ ਕਹਿ ਲੈਂਦੇ ਹਾਂ ਕਿ ਜਿਹੜੀ ਨਾਰੀ ਸ਼ਕਤੀ ਬਹੁਤ ਉਹਨਾਂ ਵਿੱਚ ਤਾਕਤ ਹੁੰਦੀ, ਪਰ ਜਿਹੜਾ ਸਾਡਾ ਸਮਾਜ ਆ ਉਹ ਔਰਤਾਂ ਨੂੰ ਕਿਸੇ ਹੋਰ ਨਜ਼ਰੀਏ ਦੇ ਨਾਲ ਦੇਖਦਾ। ਸੋ ਕੋਈ ਮੈਸੇਜ ਦੇਣਾ ਚਾਹੋ ਸਾਡੇ ਦੁਨੀਆ ਵਾਲਿਆਂ ਨੂੰ, ਸਾਡੇ ਦਰਸ਼ਕਾਂ ਨੂੰ? ਜਿਹੜੇ ਮੈਂ ਸਪੈਸ਼ਲੀ ਜੋ ਸਿੰਗਲ ਮਦਰ ਹੈ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਉਹਨਾਂ ਨੂੰ ਆਪਣੀ ਵਿਲ ਪਾਵਰ ਨੂੰ ਸਟਰੋਂਗ ਰੱਖਣਾ ਆ। ਮਤਲਬ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਕਿ ਅਗਰ ਹਸਬੈਂਡ ਨਹੀਂ ਹੈ ਤਾਂ ਅਸੀਂ ਵੀਕ ਹੋ ਗਏ ਆ। ਮਤਲਬ ਇੱਕ ਸਟਰੋਂਗ ਬਣ ਕੇ ਆਪਣੇ ਬੱਚੇ ਨੂੰ, ਆਪਣੀ ਫੈਮਿਲੀ ਨੂੰ ਦੇਖਣਾ ਆ। ਔਰ ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਪਲੀਜ਼ ਆਪਣੀ ਪਾਵਰ ਨੂੰ ਸਟਰੋਂਗ ਰੱਖੋ, ਕਿਸੇ ਅੱਗੇ ਸ਼ੋਅ ਨਾ ਹੋਣ ਦਿਓ ਕਿ ਤੁਸੀਂ ਅੰਦਰੋਂ ਵੀਕ ਹੋ। ਬਹੁਤ ਬਹੁਤ ਸ਼ੁਕਰੀਆ ਮੈਮ ਗੱਲਬਾਤ ਕਰਨ ਲਈ, ਆਪਣਾ ਕੀਮਤੀ ਸਮਾਂ ਦੇਣ ਲਈ। ਸੋ ਇਸ ਦੇ ਨਾਲ ਹੀ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਅਗਲੀ ਵਾਰ ਇੱਕ ਨਵੇਂ ਚਿਹਰੇ ਦੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਲਈ ਸਾਡਾ ਚੈਨਲ ਦੇਖਦੇ ਰਹੋ, ਪ੍ਰੋ ਸੁਨੇਹਾ TV। ਸਤਿ ਸ਼੍ਰੀ ਅਕਾਲ।